ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕਾ ਨੇ ਟਾਈਟਲ 42 ਦੇ ਖਤਮ ਹੋਣ ਤੋਂ ਬਾਅਦ ਇੱਕ ਹਫ਼ਤੇ ਦੇ ਵਿੱਚ 11,000 ਪ੍ਰਵਾਸੀ ਕੀਤੇ ਡਿਪੋਰਟ। ਕੈਨੇਡਾ, ਅਮਰੀਕਾ ਅਤੇ ਮੈਕਸੀਕੋ 'ਚ ਟਰੱਕਾਂ ਦੀ ਮਿਨਿਸਟਰੀ ਆਫ ਟਰਾਂਸਪੋਰਟ ਦੇ ਅਧਿਕਾਰੀਆਂ ਵੱਲੋਂ ਵਿਸ਼ੇਸ਼ ਚੈਕਿੰਗ। ਕੈਲੀਫੋਰਨੀਆ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ, ਰਿਕਟਰ ਪੈਮਾਨੇ ਤੇ ਤੀਬਰਤਾ ਰਹੀ 5.5। ਅਮਰੀਕਾ 'ਚ ਅੱਧੀ ਤਨਖਾਹ ਤੇ ਕੰਮ ਕਰਨ ਦੇ ਲਈ ਮਜਬੂਰ ਹੋਏ ਪੰਜਾਬੀ। ਬਰੈਂਪਟਨ ਦੇ ਵਿੱਚ ਪੰਜਾਬਣ ਔਰਤ ਦੇ ਕਤਲ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਗ੍ਰਿਫਤਾਰ। ਅਮਰੀਕਾ ਦੇ ਕੰਸਾਸ ਸ਼ਹਿਰ 'ਚ ਬਾਰ 'ਚ ਹੋਈ ਗੋਲੀਬਾਰੀ, 3 ਹਲਾਕ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। US ਨੇ ਟਾਈਟਲ 42 ਸਰਹੱਦੀ ਪਾਬੰਦੀਆਂ ਦੀ ਮਿਆਦ ਪੁੱਗਣ ਤੋਂ ਬਾਅਦ ਦੇਸ਼ ਨਿਕਾਲੇ ਨੂੰ ਵਧਾਉਣ ਅਤੇ ਪ੍ਰਚਾਰ ਕਰਨ ਦੇ ਵਾਈਡਨ ਪ੍ਰਸ਼ਾਸਨ ਦੇ ਯਤਨਾਂ ਦੇ ਹਿੱਸੇ ਵਜੋਂ ਇੱਕ ਹਫ਼ਤੇ ਦੇ ਵਿੱਚ ਹੁਣ 11,000 ਤੋਂ ਵੱਧ ਪ੍ਰਵਾਸੀਆਂ ਨੂੰ ਮੈਕਸੀਕੋ ਅਤੇ 30 ਤੋਂ ਵੱਧ ਹੋਰਨਾਂ ਦੇਸ਼ਾਂ ਦੇ ਵਿੱਚ ਡਿਪੋਰਟ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ US ਬਾਰਡਰ ਏਜੰਟਾਂ ਨੇ ਲੰਘੀ 11 ਮਈ ਨੂੰ ਟਾਈਟਲ 42 ਪਬਲਿਕ ਹੈਲਥ ਅਥਾਰਟੀ ਦੇ ਅਧੀਨ ਪ੍ਰਵਾਸੀਆਂ ਨੂੰ ਕੱਢਣ ਦੀ ਆਪਣੀ ਯੋਗਤਾ ਗਵਾ ਦਿੱਤੀ ਸੀ। ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਕਿਹਾ ਕਿ ਇਸਨੇ 11,000 ਤੋਂ ਵੱਧ ਰਸਮੀ ਤੌਰ ਤੇ ਦੇਸ਼ ਨਿਕਾਲੇ ਅਤੇ ਪ੍ਰਵਾਸੀਆਂ ਦੀ ਵਾਪਸੀ ਕੀਤੀ ਜੋ ਹਾਲ ਹੀ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦੱਖਣੀ ਸਰਹੱਦ ਪਾਰ ਕਰ ਗਏ ਸਨ। ਟਾਈਟਲ 42 ਦੇ ਤਹਿਤ ਕੱਢੇ ਗਏ ਲੋਕਾਂ ਦੇ ਉਲਟ US ਇਮੀਗ੍ਰੇਸ਼ਨ ਕਾਨੂੰਨ ਦੇ ਤਹਿਤ ਦੇਸ਼ ਨਿਕਾਲਾ ਦਿੱਤੇ ਗਏ ਪ੍ਰਵਾਸੀਆਂ ਨੂੰ ਗੰਭੀਰ ਇਮੀਗ੍ਰੇਸ਼ਨ ਅਤੇ ਅਪਰਾਧਿਕ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਵੇਂ ਕਿ ਅਮਰੀਕਾ ਤੋਂ 5 ਸਾਲ ਦਾ ਦੇਸ਼ ਨਿਕਾਲਾ ਅਤੇ ਸੰਭਾਵੀ ਜੇਲ੍ਹ ਦਾ ਸਮਾਂ ਅਤੇ ਅਪਰਾਧਿਕ ਮੁਕੱਦਮਾ ਜੇਕਰ ਉਹ ਸਰਕਾਰ ਦੀ ਆਗਿਆ ਤੋਂ ਬਿਨਾਂ ਮੁੜ ਅਮਰੀਕਾ ਦੇਸ਼ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ। ਵਾਈਡਨ ਪ੍ਰਸ਼ਾਸਨ ਨੇ US ਮੈਕਸੀਕੋ ਸਰਹੱਦ ਦੇ ਨਾਲ ਪ੍ਰਵਾਸੀਆਂ ਦੀ ਆਮਦ ਨੂੰ ਰੋਕਣ ਦੇ ਲਈ ਇੱਕ ਵਿਆਪਕ ਮੁਹਿੰਮ ਦੇ ਹਿੱਸੇ ਵਜੋਂ ਰਸਮੀ ਦੇਸ਼ ਨਿਕਾਲੇ ਦੀ ਵਧੀ ਹੋਈ ਸੰਖਿਆ ਅਤੇ ਉਹਨਾਂ ਦੇ ਨਤੀਜਿਆਂ ਨੂੰ ਉਜਾਗਰ ਜੰਗੀ ਪੱਧਰ ਤੇ ਕੀਤਾ ਹੈ, ਜੋ ਪਿਛਲੇ 2 ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਿਆ ਸੀ। ਅਧਿਕਾਰੀਆਂ ਨੇ ਵੀ ਕਿਹਾ ਕਿ ਰਸਮੀ ਦੇਸ਼ ਨਿਕਾਲੇ ਵਿੱਚ ਵਾਧੇ ਨੇ ਪਿਛਲੇ ਹਫ਼ਤੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ 'ਚ ਦਾਖਲ ਹੋਣ ਵਾਲੇ ਪ੍ਰਵਾਸੀਆਂ ਦੀ ਗਿਣਤੀ 'ਚ ਤੇਜ਼ੀ ਨਾਲ ਗਿਰਾਵਟ ਵਿੱਚ ਯੋਗਦਾਨ ਪਾਇਆ, ਜਦੋਂ ਕਿ ਰੋਜ਼ਾਨਾ ਪ੍ਰਵਾਸੀ ਕ੍ਰਾਸਿੰਗ 10,000 ਤੱਕ ਵੱਧ ਗਈ ਸੀ, ਜੋ ਕਿ ਇੱਕ ਬਹੁਤ ਹੀ ਵੱਡਾ ਰਿਕਾਰਡ ਹੈ। ਟਾਈਟਲ 42 ਦੇ ਖਤਮ ਹੋਣ ਤੋਂ ਠੀਕ ਪਹਿਲਾਂ ਉਹ ਉਦੋਂ ਤੋਂ ਘਟ ਗਏ ਨੇ। US ਸਰਹੱਦੀ ਅਧਿਕਾਰੀਆਂ ਨੇ ਪਿਛਲੇ ਹਫ਼ਤੇ ਔਸਤਨ 4,400 ਲੋਕਾਂ ਦੇ ਆਉਣ ਦਾ ਖਦਸ਼ਾ ਜਤਾਇਆ ਹੈ, ਜਦਕਿ ਪਿਛਲੇ 2 ਦਿਨਾਂ ਦੇ ਵਿੱਚ ਬਾਰਡਰ ਗਸ਼ਤ ਨੇ ਔਸਤਨ 3,000 ਰੋਜ਼ਾਨਾ ਖਦਸ਼ੇ ਜ਼ਾਹਿਰ ਕੀਤੇ ਨੇ, ਜੋ ਕਿ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ 70% ਘੱਟ ਹੈ। ਟਾਈਟਲ 42 ਦੀ ਮਿਆਦ ਪੁੱਗਣ ਤੋਂ ਬਾਅਦ ਵਾਪਸ ਪਰਤਣ ਵਾਲਿਆਂ ਦੇ ਵਿੱਚ ਵੈਨਜ਼ੂਏਲਾ, ਨਿਕਾਰਾਗੁਆ, ਹੈਤੀ ਅਤੇ ਕਿਊਬਾ ਦੇ 1100 ਪ੍ਰਵਾਸੀ ਸਨ ਜੋ ਮੈਕਸੀਕੋ ਵਾਪਸ ਆ ਗਏ ਸਨ, ਜੋ ਅਮਰੀਕਾ ਦੀ ਬੇਨਤੀ ਤੇ ਇਹਨਾਂ ਕੌਮੀਅਤਾਂ ਨੂੰ ਵਾਪਸ ਲੈਣ ਦੇ ਲਈ ਸਹਿਮਤ ਹੋਏ ਸਨ, ਜਦਕਿ ਦੂਜੇ ਦੇਸ਼ਾਂ ਦੇ ਪ੍ਰਵਾਸੀਆਂ ਨੂੰ ਤੇਜ਼ੀ ਨਾਲ ਹਟਾਉਣ ਵਜੋਂ ਜਾਣੀ ਜਾਂਦੀ ਪ੍ਰਕਿਰਿਆ ਦੇ ਤਹਿਤ ਦੇਸ਼ ਨਿਕਾਲੇ ਅਤੇ 5 ਸਾਲਾਂ ਦੀ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਰਿਹਾ। ਵੈਨਜ਼ੂਏਲਾ, ਨਿਕਾਰਾਗੁਆ, ਹੈਤੀ ਅਤੇ ਕਿਊਬਨ ਨੂੰ ਮੈਕਸੀਕੋ ਵਾਪਸ ਜਾਣ ਦਾ ਮੌਕਾ ਦਿੱਤਾ ਜਾ ਰਿਹਾ ਤਾਂ ਜੋ ਉਹ ਇੱਕ ਪ੍ਰੋਗਰਾਮ ਦੇ ਲਈ ਅਰਜ਼ੀ ਦੇ ਸਕਣ। ਜੇਕਰ ਉਹਨਾਂ ਕੋਲ ਵਿੱਤੀ ਸਪਾਂਸਰ ਹਨ ਤਾਂ US ਇਹਨਾਂ ਨੂੰ ਸਵੈ ਇੱਜ਼ਤ ਵਾਪਸੀ ਵਜੋਂ ਗਿਣਿਆ ਜਾਂਦਾ ਹੈ। ਵਧੇ ਹੋਏ ਦੇਸ਼ ਨਿਕਾਲੇ ਅਤੇ ਵਾਪਸੀ ਦੇ ਨਾਲ ਜੋੜ ਕੇ ਕੰਮ ਕਰਨਾ ਇੱਕ ਹਾਲ ਹੀ ਵਿੱਚ ਲਾਗੂ ਕੀਤਾ ਗਿਆ ਵਾਈਡਨ ਪ੍ਰਸ਼ਾਸਨ ਦਾ ਨਿਯਮ ਹੈ, ਜੋ ਪ੍ਰਵਾਸੀਆਂ ਨੂੰ ਸ਼ਰਨ ਤੋਂ ਅਯੋਗ ਠਹਿਰਾਉਂਦਾ ਹੈ ਜੇਕਰ ਉਹ ਅਮਰੀਕੀ ਧਰਤੀ ਦੇ ਰਸਤੇ ਵਿੱਚ ਮੈਕਸੀਕੋ ਵਰਗੇ ਤੀਜੇ ਦੇਸ਼ ਵਿੱਚ ਸੁਰੱਖਿਆ ਦੀ ਬੇਨਤੀ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ 'ਚ ਦਾਖਲ ਹੁੰਦੇ ਨੇ। ਸੜਕੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਇੱਥੋਂ ਦੇ 3 ਦੇਸ਼ ਕੈਨੇਡਾ, ਅਮਰੀਕਾ, ਮੈਕਸੀਕੋ ਨਾਲ ਲੱਗਦੇ ਕਿਊਬੈਕ ਦੇ ਮਿਨਿਸਟਰੀ ਆਫ ਟਰਾਂਸਪੋਰਟ ਦੇ ਅਧਿਕਾਰੀਆਂ ਵੱਲੋਂ ਬੀਤੇ ਦਿਨੀ ਟਰੱਕਾਂ ਅਤੇ ਪੇਸ਼ੇਵਰ ਵਾਹਨਾਂ ਦੀ 3 ਦਿਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਕੁਝ ਸਮਾਂ ਪਹਿਲਾਂ ਹੀ ਟਰੱਕਿੰਗ ਅਤੇ ਪੇਸ਼ੇਵਰ ਵਹੀਕਲਾਂ ਰਾਹੀਂ ਵਪਾਰ ਕਰਨ ਵਾਲੀਆਂ ਕੰਪਨੀਆਂ ਨੂੰ ਇਹਨਾਂ ਦੇਸ਼ਾਂ ਦੇ ਮਿਨਿਸਟਰੀ ਆਫ ਟਰਾਂਸਪੋਰਟਰ ਮਹਿਕਮਿਆਂ ਵੱਲੋਂ ਇਹ ਜਾਣਕਾਰੀ ਅਗਾਊਂ ਹੀ ਸਾਂਝੀ ਕੀਤੀ ਗਈ ਸੀ ਕਿ ਇਹਨਾਂ ਤਰੀਕਾਂ ਤੇ ਪੇਸ਼ੇਵਰ ਵਹੀਕਲਸ ਖਾਸ ਕਰਕੇ ਟਰੱਕਾਂ ਦੀ ਵਿਸ਼ੇਸ਼ ਜਾਂਚ ਕੀਤੀ ਜਾਏਗੀ, ਜਿਸ ਤੇ ਹਰੇਕ ਟਰੱਕਿੰਗ ਕੰਪਨੀ ਵੱਲੋਂ ਜਿੱਥੇ ਆਪੋ ਆਪਣੇ ਵਪਾਰਕ ਵਾਹਨ ਖਾਸ ਕਰਕੇ ਟਰੱਕਾਂ ਦੀ ਜਾਂ ਤਾਂ ਚੰਗੀ ਤਰ੍ਹਾਂ ਮੁਰੰਮਤ ਕਰਕੇ ਹਾਈਵੇਜ਼ ਤੇ ਭੇਜਿਆ ਜਾਏ
ਤੇ ਜਾਂ ਫਿਰ 3 ਦਿਨਾਂ ਲਈ ਘਾਟੇ ਦੇ ਸਬਰ ਦਾ ਘੁੱਟ ਭਰਦਿਆਂ ਇਹਨਾਂ 3 ਦਿਨਾਂ ਦੌਰਾਨ ਆਪਣੇ ਟਰੱਕ ਬੰਦ ਹੀ ਰੱਖੇ, ਕਿਉਂਕਿ ਜਿਨ੍ਹਾਂ ਟਰੱਕਿੰਗ ਕੰਪਨੀਆਂ ਦੇ ਟਰੱਕ ਜਾਂ ਹੋਰ ਕਾਰਗੋ ਵਾਹਨਾਂ ਦੀ ਇਹਨਾਂ ਦਿਨਾਂ ਦੌਰਾਨ ਵਿਸ਼ੇਸ਼ ਚੈਕਿੰਗ ਦੌਰਾਨ ਲੈਵਲ 1 ਇੰਸਪੈਕਸ਼ਨ, ਲੈਵਲ 2 ਇੰਸਪੈਕਸ਼ਨ ਜਾਂ ਲੈਵਲ 3 ਇਨਫੈਕਸ਼ਨ ਕਰਦਿਆਂ ਕੋਈ ਵਹੀਕਲਸ ਜਾਂ ਪੇਪਰ ਵਰਕ 'ਚ ਕੋਈ ਗੜਬੜੀ ਪਾਈ ਗਈ ਤਾਂ ਅਧਿਕਾਰੀਆਂ ਵੱਲੋਂ ਉਕਤ ਕੰਪਨੀ ਦੇ ਡਰਾਈਵਰਾਂ ਅਤੇ ਕੰਪਨੀਆਂ ਨੂੰ ਭਾਰੀ ਜੁਰਮਾਨੇ ਕੀਤੇ ਗਏ, ਜਿਸ ਬਾਰੇ ਮਿਨਿਸਟਰੀ ਆਫ ਟਰਾਂਸਪੋਰਟ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀਆਂ ਸ਼ਰਤਾਂ ਤੇ ਦੱਸਿਆ ਕਿ ਸੜਕ ਸੁਰੱਖਿਆ ਤੇ ਖਾਸ ਕਰਕੇ ਸੜਕਾਂ ਤੇ ਚੱਲਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਸੰਬੰਧਿਤ ਵਿਭਾਗਾਂ ਵੱਲੋਂ ਸਾਲ 'ਚ ਕੁਝ ਮਹੀਨਿਆਂ ਦੇ ਵਕਫੇ ਬਾਅਦ ਵਪਾਰਕ ਵਾਹਨਾਂ ਦੀ ਸਮੇਂ-ਸਮੇਂ ਤੇ ਚੈਕਿੰਗ ਕੀਤੀ ਜਾਂਦੀ ਹੈ ਅਤੇ ਦੋਸ਼ੀ ਪਾਏ ਜਾਣ ਤੇ ਜੁਰਮਾਨੇ ਵੀ ਕੀਤੇ ਜਾਂਦੇ ਨੇ। ਅਮਰੀਕਾ ਦੇ ਕੈਲੀਫੋਰਨੀਆ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। USGS ਮੁਤਾਬਕ ਭੂਚਾਲ ਦੇ ਇਹ ਝਟਕੇ ਕੈਲੀਫੋਰਨੀਆ ਦੇ ਪੈਟਰੋਲੀਆ ਵਿੱਚ ਆਏ ਨੇ। ਰਿਕਟਰ ਪੈਮਾਨੇ ਤੇ ਭੂਚਾਲ ਦੀ ਤੀਬਰਤਾ 5.5 ਦਰਜ ਕੀਤੀ ਗਈ। ਭੂਚਾਲ ਦਾ ਕੇਂਦਰ ਜ਼ਮੀਨ ਦੇ ਅੰਦਰ 10 ਕਿਲੋਮੀਟਰ ਅੰਦਰ ਸੀ। USGS ਦੇ ਮੁਤਾਬਕ ਇਹ ਭੂਚਾਲ ਪੈਟਰੋਲੀਆ ਤੋਂ 108 ਕਿਲੋਮੀਟਰ ਪੱਛਮ 'ਚ ਆਇਆ। ਭੂਚਾਲ ਦੇ ਝਟਕੇ 22 ਮਈ ਨੂੰ ਸਥਾਨਕ ਸਮੇਂ ਅਨੁਸਾਰ ਉੱਥੇ ਮਹਿਸੂਸ ਕੀਤੇ ਗਏ। ਇਸ ਤੋਂ ਪਹਿਲਾਂ ਸੋਲੇਮਨ ਟਾਪੂ ਤੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਹਨਿਆਰਾ 'ਚ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 6.1 ਮਾਪੀ ਗਈ। ਇਹ ਭੂਚਾਲ 21 ਮਈ ਦੀ ਰਾਤ 9:15 ਤੇ ਮਹਿਸੂਸ ਕੀਤਾ ਗਿਆ। ਇਸ ਦਾ ਕੇਂਦਰ ਜ਼ਮੀਨ ਦੇ ਅੰਦਰ 80 ਕਿਲੋਮੀਟਰ ਡੂੰਘਾ ਸੀ। ਦੁਨੀਆ ਦੀ ਸਭ ਤੋਂ ਵੱਡੀ ਮਹਾਸ਼ਕਤੀ ਮੰਨੇ ਜਾਣ ਵਾਲੇ ਮੁਲਕ ਅਮਰੀਕਾ ਤੇ ਡਿਫਾਲਟ ਹੋਣ ਦਾ ਖਤਰਾ ਮੰਡਰਾ ਰਿਹਾ। ਦੇਸ਼ ਦਾ ਖਜ਼ਾਨਾ ਖਾਲੀ ਹੁੰਦਾ ਜਾ ਰਿਹਾ। ਹੁਣ ਉਹ ਦਿਨ ਦੂਰ ਨਹੀਂ ਜਦੋਂ ਅਮਰੀਕੀ ਖਜ਼ਾਨੇ 'ਚ ਬਿੱਲਾਂ ਦਾ ਭੁਗਤਾਨ ਕਰਨ ਦੇ ਲਈ ਵੀ ਪੈਸੇ ਨਹੀਂ ਬਚਣਗੇ। ਜੋ ਬਾਈਡਨ ਦੀ ਸਰਕਾਰ ਡਿਫਾਲਟ ਦੀ ਸਥਿਤੀ ਤੋਂ ਬਚਣ ਦੇ ਲਈ ਕਰਜ਼ਾ ਲੈਣ ਦੀ ਲਿਮਿਟ ਵਧਾਉਣਾ ਚਾਹੁੰਦੀ ਹੈ, ਪਰ ਵਿਰੋਧੀ ਧਿਰ ਰਿਪਬਲਿਕਨ ਪਾਰਟੀ ਅੜਿੱਕੇ ਪਾ ਰਹੀ ਹੈ। ਇਸੇ ਵਿਚਕਾਰ ਉੱਥੇ ਰਹਿੰਦੇ ਪੰਜਾਬੀਆਂ ਸਣੇ ਸਾਰੇ ਭਾਰਤੀ ਮੂਲ ਦੇ ਲੋਕ ਵੀ ਚਿੰਤਾ ਵਿੱਚ ਡੁੱਬ ਗਏ ਨੇ ਤੇ ਉਹ ਅੱਧੀ ਤਨਖਾਹ ਤੇ ਕੰਮ ਕਰਨ ਦੇ ਲਈ ਮਜਬੂਰ ਹੋ ਗਏ ਨੇ। ਕੈਨੇਡਾ ਵਿਖੇ ਬ੍ਰੈਂਪਟਨ ਸਿਟੀ ਵਿੱਚ ਬੀਤੇ ਦਿਨ ਇੱਕ ਪੰਜਾਬੀ ਵਿਅਕਤੀ ਨੂੰ ਕਤਲ ਦੇ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਗਿਆ। ਨਵ ਨਿਸ਼ਾਨ ਸਿੰਘ ਨੇ ਸ਼ੁੱਕਰਵਾਰ ਨੂੰ ਦਵਿੰਦਰ ਕੌਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜਾਣਕਾਰੀ ਦੇ ਮੁਤਾਬਕ ਬੀਤੇ ਦਿਨ ਸ਼ਾਮ ਦੇ ਲਗਭਗ 6 ਵਜੇ ਦੇ ਕਰੀਬ ਪੀਲ ਰੀਜਨਲ ਪੁਲਿਸ ਨੂੰ ਬ੍ਰੈਂਪਟਨ ਸਿਟੀ ਵਿਖੇ ਚੈਰੀ ਟਰੀ ਡਰਾਈਵ ਅਤੇ ਸਪੈਰੋ ਕੋਟ ਨੇੜੇ ਸਥਿਤ ਸਪੈਰੋ ਨਾਮੀ ਪਾਰਕ ਵਿਖੇ ਡਾਕਟਰੀ ਸਹਾਇਤਾ ਲਈ ਕਾਲ ਪ੍ਰਾਪਤ ਹੋਈ। ਪੀਲ ਪੁਲਿਸ ਅਤੇ ਬ੍ਰੈਂਪਟਨ ਫਾਇਰ ਅਤੇ ਪੀਲ ਪੈਰਾਮੈਡਿਕਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਇੱਕ ਔਰਤ ਜੋ ਹਮਲੇ ਦੀ ਸ਼ਿਕਾਰ ਸੀ ਨੂੰ ਬਚਾਉਣ ਦੇ ਯਤਨ ਕੀਤੇ ਗਏ, ਪਰ ਉਸ ਔਰਤ ਨੇ ਮੌਕੇ ਤੇ ਦਮ ਤੋੜ ਦਿੱਤਾ। ਔਰਤ ਦੀ ਪਛਾਣ ਬ੍ਰੈਂਪਟਨ ਦੀ ਰਹਿਣ ਵਾਲੀ 43 ਸਾਲਾ ਦਵਿੰਦਰ ਕੌਰ ਵਜੋਂ ਹੋਈ ਹੈ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਥੋੜੀ ਦੂਰੀ ਤੇ ਹੀ ਇੱਕ 44 ਸਾਲਾ ਪੰਜਾਬੀ ਵਿਅਕਤੀ ਨਵ ਨਿਸ਼ਾਨ ਸਿੰਘ ਨੂੰ ਕਤਲ ਦੇ ਦੋਸ਼ ਵਿੱਚ ਲੱਭ ਕੇ ਗ੍ਰਿਫਤਾਰ ਕਰ ਲਿਆ। ਉਸ ਤੇ ਫਰਸਟ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ, ਜਿਸ ਨੂੰ ਓਨਟਾਰੀਓ ਕੋਰਟ ਆਫ ਜਸਟਿਸ ਵਿੱਚ ਪੇਸ਼ ਕੀਤਾ ਗਿਆ। ਕਤਲ ਦੇ ਕਾਰਨ ਹਲੇ ਜਾਂਚ ਦੇ ਅਧੀਨ ਨੇ। ਅਮਰੀਕਾ ਦੇ ਸ਼ਹਿਰ ਕੰਸਾਸ ਵਿੱਚ ਇੱਕ ਬਾਰ ਵਿੱਚ ਹੋਈ ਗੋਲੀਬਾਰੀ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਕਲਾਈਮੈਕਸ ਲਾਉਂਜ ਵਿੱਚ ਵਾਪਰੀ। ਘਟਨਾ ਦੀ ਜਾਣਕਾਰੀ ਸ਼ਨੀਵਾਰ ਰਾਤ 1:30 ਵਜੇ ਬਾਰ ਬੰਦ ਹੋਣ ਤੋਂ ਕੁਝ ਸਮਾਂ ਪਹਿਲਾਂ ਮਿਲੀ। ਪੁਲਿਸ ਨੇ ਦੱਸਿਆ ਕਿ 2 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਹੈ। ਇੱਕ ਵਿਅਕਤੀ ਬਾਰ ਦੇ ਅੰਦਰ ਅਤੇ ਇੱਕ ਇਮਾਰਤ ਦੇ ਬਾਹਰ ਪਾਇਆ ਗਿਆ। ਤੀਜੇ ਵਿਅਕਤੀ ਦੀ ਹਸਪਤਾਲ ਵਿੱਚ ਮੌਤ ਹੋ ਗਈ। ਗੋਲੀਬਾਰੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਦੱਸਿਆ ਕਿ ਮਾਰੇ ਗਏ ਲੋਕ ਬਾਲਗ ਸਨ। ਹਾਲਾਂਕਿ ਉਹਨਾਂ ਦੀ ਉਮਰ ਅਜੇ ਪਛਾਣ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਐਤਵਾਰ ਨੂੰ ਹੀਰੋਸ਼ੀਮਾ ਵਿੱਚ G7 ਸਿਖਰ ਸੰਮੇਲਨ ਦੌਰਾਨ ਆਪਣੇ ਭਾਰਤੀ ਹਮਰੁਤਬਾ S ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਵਾਲੇ ਅਮਰੀਕਾ ਦੌਰੇ ਤੇ ਚਰਚਾ ਕੀਤੀ ਗਈ। ਮੈਂ ਭਾਰਤੀ ਵਿਦੇਸ਼ ਮੰਤਰੀ S ਜੈਸ਼ੰਕਰ ਨਾਲ ਹੀਰੋਸ਼ੀਮਾ G7 ਦੇ ਨਾਲ ਇੱਕ ਫਲਦਾਇਕ ਚਰਚਾ ਕੀਤੀ। ਉਹਨਾਂ ਨੇ ਕਿਹਾ, ਅਸੀਂ ਜੂਨ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੇਜ਼ਬਾਨੀ ਕਰਨ ਦੇ ਲਈ ਉਤਸੁਕ ਹਾਂ, ਜਿਨ੍ਹਾਂ ਦੀ ਯਾਤਰਾ ਸੰਯੁਕਤ ਰਾਜ ਅਤੇ ਭਾਰਤ ਦਰਮਿਆਨ ਡੂੰਘੀ ਹੋਈ ਸਾਂਝੇਦਾਰੀ ਦਾ ਜਸ਼ਨ ਮਨਾਏਗੀ। ਪ੍ਰਧਾਨ ਮੰਤਰੀ ਮੋਦੀ 22 ਜੂਨ ਨੂੰ ਅਮਰੀਕਾ ਦੇ ਅਧਿਕਾਰਤ ਦੌਰੇ ਤੇ ਜਾਣਗੇ। ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਫਸਟ ਲੇਡੀ ਜਿਲ ਬਾਈਡਨ ਦੇ ਨਾਲ ਵਾਈਟ ਹਾਊਸ ਵਿੱਚ ਇੱਕ ਸਟੇਟ ਡਿਨਰ ਦੀ ਮੇਜ਼ਬਾਨੀ ਵੀ ਕਰਨਗੇ।
ਵਿਦੇਸ਼ ਮੰਤਰਾਲਾ ਦੇ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਦਾ ਅਮਰੀਕਾ ਦੌਰਾ ਦੋਵੇਂ ਦੇਸ਼ਾਂ ਵਿਚਾਲੇ ਰਣਨੀਤਿਕ ਸਾਂਝੇਦਾਰੀ ਤੇ ਵੱਧਦੇ ਮਹੱਤਵ ਨੂੰ ਰੇਖਾਂਕਿਤ ਕਰੇਗਾ। ਇਸ ਦੌਰਾਨ ਵਾਈਟ ਹਾਊਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਬਾਈਡਨ ਅਤੇ ਜਿਲ ਬਾਈਡਨ 22 ਜੂਨ 2023 ਨੂੰ ਪ੍ਰਧਾਨ ਮੰਤਰੀ ਮੋਦੀ ਦੀ ਮੇਜ਼ਬਾਨੀ ਕਰਨਗੇ। ਇਸ ਦੌਰਾਨ ਵਾਈਟ ਹਾਊਸ ਵਿੱਚ ਸਟੇਟ ਡਿਨਰ ਆਯੋਜਿਤ ਕੀਤਾ ਜਾਏਗਾ। ਜਿਵੇਂ ਪਹਿਲਾਂ ਦੱਸਿਆ, ਬਿਆਨ 'ਚ ਅੱਗੇ ਕਿਹਾ ਗਿਆ ਕਿ ਇਹ ਦੌਰਾ ਇੱਕ ਖੁਸ਼ਹਾਲ ਅਤੇ ਸੁਰੱਖਿਅਤ ਹਿੰਦ ਪ੍ਰਸ਼ਾਂਤ ਪ੍ਰਤੀ ਸਾਡੀ ਵਚਨਬੱਧਤਾ ਤੇ ਰੱਖਿਆ, ਸਵੱਛ ਊਰਜਾ ਦੇ ਨਾਲ-ਨਾਲ ਪੁਲਾੜ ਵਿੱਚ ਸਾਡੀ ਰਣਨੀਤਿਕ ਟੈਕਨੋਲੋਜੀ ਭਾਈਵਾਲੀ ਨੂੰ ਵਧਾਉਣ ਦੇ ਸਾਡੇ ਸਾਂਝੇ ਸੰਕਲਪ ਨੂੰ ਮਜ਼ਬੂਤ ਕਰੇਗਾ। ਅਮਰੀਕਾ ਦੇ ਐਰੀਜ਼ੋਨਾ ਰਾਜ ਦੇ ਸ਼ਹਿਰ ਫੋਨਿਕਸ ਦੇ ਇੱਕ ਹਾਈ ਸਕੂਲ 'ਚ ਇੱਕ ਵਿਦਿਆਰਥੀ ਨੂੰ AR-15 ਹਥਿਆਰ ਤੇ ਗੋਲੀ ਸਿੱਕਾ ਲਿਆਉਣ ਦੇ ਦੋਸ਼ਾਂ ਤਹਿਤ गिरफ्तार कर लेने की खबर है। ਫੋਨਿਕਸ ਪੁਲਿਸ ਵਿਭਾਗ ਨੇ ਜਾਰੀ ਇੱਕ ਬਿਆਨ 'ਚ ਕਿਹਾ ਕਿ ਵਿਦਿਆਰਥੀਆਂ ਵੱਲੋਂ ਸਕੂਲ ਕੈਂਪਸ ਦੇ ਵਿੱਚ ਗਨ ਲਿਆਉਣ ਦੀ ਸਕੂਲ ਵੱਲੋਂ ਸੂਚਨਾ ਦੇਣ ਤੇ ਪੁਲਿਸ ਅਫਸਰ ਮੌਕੇ ਤੇ ਪੁੱਜੇ। ਫੋਨਿਕਸ ਯੂਨੀਅਨ ਹਾਈ ਸਕੂਲ ਡਿਸਟ੍ਰਿਕਟ ਨੇ ਜਾਰੀ ਇੱਕ ਈਮੇਲ ਬਿਆਨ 'ਚ ਕਿਹਾ ਕਿ ਬੋਸਟਰੋਮ ਹਾਈ ਸਕੂਲ ਦੇ ਪ੍ਰਸ਼ਾਸਨ ਨੂੰ ਇੱਕ ਵਿਦਿਆਰਥੀ ਦੇ ਕੋਲ ਸੰਭਾਵੀ ਹਥਿਆਰ ਹੋਣ ਦਾ ਪਤਾ ਲੱਗਣ ਤੇ ਪੁਲਿਸ ਬੁਲਾਈ ਗਈ। ਪੁਲਿਸ ਅਫਸਰਾਂ ਨੇ ਨਾਬਾਲਗ ਵਿਦਿਆਰਥੀ ਕੋਲੋਂ ਹਥਿਆਰ ਬਰਾਮਦ ਕਰਕੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਭਾਰਤ ਸਣੇ ਕਈ ਮੁਲਕਾਂ ਦੇ ਵਿੱਚ ਗੈਂਗਵਾਰ ਦੀਆਂ ਘਟਨਾਵਾਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਨੇ, ਜਿਨ੍ਹਾਂ 'ਚ ਬਹੁਤ ਸਾਰੇ ਲੋਕਾਂ ਦੀ ਅਜਾਈ ਜਾਨ ਜਾ ਰਹੀ ਹੈ। ਇੱਕ ਹੋਰ ਦੇਸ਼ ਵਿੱਚ ਤਾਜ਼ਾ ਘਟਨਾ ਵਾਪਰੀ ਜਿੱਥੇ ਗੈਂਗਵਾਰ ਦੇ ਦੌਰਾਨ 11 ਲੋਕਾਂ ਦੀ ਮੌਤ ਹੋ ਗਈ ਜਦਕਿ 7 ਜ਼ਖਮੀ ਹੋ ਗਏ। ਮੈਕਸੀਕੋ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਾਣਕਾਰੀ ਦੇ ਮੁਤਾਬਕ ਕਾਰ ਰੇਸਿੰਗ ਇਵੈਂਟ ਦੇ ਦੌਰਾਨ ਗੋਲੀਬਾਰੀ ਦੀ ਵੱਡੀ ਘਟਨਾ 'ਚ 10 ਲੋਕਾਂ ਦੀ ਮੌਤ ਹੋ ਗਈ, ਉੱਥੇ ਹੀ 9 ਲੋਕ ਜ਼ਖਮੀ ਹੋ ਗਏ। ਅਚਾਨਕ ਤੇਜ਼ ਫਾਇਰਿੰਗ ਦੇ ਕਾਰਨ ਲੋਕਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ। ਗੋਲੀਬਾਰੀ ਦੀ ਇਹ ਘਟਨਾ ਉੱਤਰੀ ਮੈਕਸੀਕੋ ਵਿੱਚ ਸਾਹਮਣੇ ਆਈ। ਦੱਸਿਆ ਜਾਂਦਾ ਹੈ ਕਿ ਇਹ ਗੋਲੀਬਾਰੀ ਇੱਕ ਕਾਰ ਸ਼ੋਅ ਦੇ ਦੌਰਾਨ ਹੋਈ। ਇਸ ਅਚਾਨਕ ਹੋਈ ਗੋਲੀਬਾਰੀ ਕਾਰਨ ਲੋਕਾਂ ਨੂੰ ਸੰਭਲਣ ਦਾ ਮੌਕਾ ਨਾ ਮਿਲਿਆ ਅਤੇ ਉਹ ਇਹਨਾਂ ਦੀ ਲਪੇਟ ਵਿੱਚ ਆ ਗਏ। ਮਰਨ ਵਾਲੇ ਸਾਰੇ ਕਾਰ ਰੇਸਰ ਨੇ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਉੱਤਰੀ ਮੈਕਸੀਕੋ ਦੇ ਬਾਜਾ ਕੈਲੀਫੋਰਨੀਆ ਦੇ ਵਿੱਚ ਸ਼ਨੀਵਾਰ ਨੂੰ ਇਹ ਕਾਰ ਸ਼ੋਅ ਹੋ ਰਿਹਾ ਸੀ। ਫਿਰ ਅਚਾਨਕ ਗੋਲੀਬਾਰੀ ਹੋਈ। 9/11 ਕਾਲ ਰਿਪੋਰਟ ਕਰਦੀ ਹੈ ਕਿ ਲੰਬੇ ਬੰਦੂਕਾਂ ਵਾਲੇ ਆਦਮੀ ਸਲੇਟੀ ਵੈਨ ਤੋਂ ਬਾਹਰ ਨਿਕਲੇ ਅਤੇ ਗੈਸ ਸਟੇਸ਼ਨ ਤੇ ਭਾਗ ਲੈਣ ਵਾਲਿਆਂ ਤੇ ਗੋਲੀਬਾਰੀ ਕੀਤੀ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ, ਪੁਲਿਸ ਅਧਿਕਾਰੀ, ਫਾਇਰ ਬ੍ਰਿਗੇਡ ਅਤੇ ਮੈਕਸੀਕਨ ਰੈੱਡ ਕਰਾਸ ਅਤੇ ਹੋਰ ਏਜੰਸੀਆਂ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ। ਮੇਅਰ ਅਰਮਾਂਡੋ ਅਯਾਲਾ ਨੇ ਕਿਹਾ ਕਿ ਰਾਜ ਦੇ ਅਟਾਰਨੀ ਜਨਰਲ ਰਿਕਾਰਡੋ ਇਵਾਨ ਖਾਰਪਿਓ ਸਾਂਚੇਜ਼ ਨੇ ਗੋਲੀਬਾਰੀ ਦੀ ਜਾਂਚ ਲਈ ਇੱਕ ਵਿਸ਼ੇਸ਼ ਸਮੂਹ ਦਾ ਗਠਨ ਕੀਤਾ। ਮੇਅਰ ਅਰਮਾਂਡੋ ਰੋਬਲਜ਼ ਨੇ ਕਿਹਾ ਕਿ ਰਾਜ ਦੇ ਅਟਾਰਨੀ ਜਨਰਲ ਨੇ ਗੋਲੀਬਾਰੀ ਦੀ ਜਾਂਚ ਲਈ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੈ। ਹਾਲਾਂਕਿ ਪੀੜਤਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ। ਜ਼ਖਮੀਆਂ ਨੂੰ ਉੱਤਰੀ ਬਾਜਾ ਕੈਲੀਫੋਰਨੀਆ ਦੇ ਹਸਪਤਾਲਾਂ ਦੇ ਵਿੱਚ ਲਿਜਾਇਆ ਗਿਆ ਸੀ। ਅਮਰੀਕਾ ਦੇ ਇੰਡੀਆਨਾ ਰਾਜ ਦੇ ਲਫੇਟ ਵਿਖੇ ਇੱਕ 3 ਸਾਲ ਦੇ ਬੱਚੇ ਨੇ ਗੋਲੀ ਚਲਾ ਕੇ ਆਪਣੀ ਮਾਂ ਤੇ ਇੱਕ ਹੋਰ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ। ਲਫੇਟ ਪੁਲਿਸ ਵਿਭਾਗ ਦੇ ਲੈਫਟੀਨੈਂਟ ਜਸਟਿਨ ਹਾਰਟਮੈਨ ਨੇ ਕਿਹਾ ਕਿ ਜ਼ਖਮੀ ਹੋਇਆ ਵਿਅਕਤੀ ਇੱਕ ਕਤਲ ਦੇ ਮਾਮਲੇ 'ਚ ਲੜਿੰਦਾ ਸੀ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਬੱਚੇ ਕੋਲ ਗਨ ਕਿੱਥੋਂ ਆਈ ਜਾਂ ਕਿਸ ਕਿਸਮ ਦਾ ਹਥਿਆਰ ਬੱਚੇ ਨੇ ਵਰਤਿਆ, ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਹਾਰਟਮੈਨ ਅਨੁਸਾਰ ਜ਼ਖਮੀ ਵਿਅਕਤੀ 23 ਸਾਲਾ ਟ੍ਰੇਸ਼ਾਨ ਸਮਿਥ ਬੱਚੇ ਦੀ ਮਾਂ ਦਾ ਦੋਸਤ ਸੀ ਜੋ ਉਹਨਾਂ ਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ। ਉਸ ਵਿਰੁੱਧ ਕੁੱਕ ਕਾਉਂਟੀ ਇਲੀਨੋਇਸ ਵੱਲੋਂ ਇੱਕ ਕਤਲ ਦੇ ਮਾਮਲੇ ਵਿੱਚ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹੋਏ ਸਨ। ਉਹਨਾਂ ਨੇ ਕਿਹਾ ਕਿ ਲਫੇਟ ਪੁਲਿਸ ਵਿਭਾਗ ਸਮਿਥ ਦੀ ਗ੍ਰਿਫਤਾਰੀ ਸੰਬੰਧੀ ਕੁੱਕ ਕਾਉਂਟੀ ਦੇ ਮਾਰਕਮ ਪੁਲਿਸ ਵਿਭਾਗ ਨਾਲ ਸਹਿਯੋਗ ਕਰ ਰਿਹਾ ਹੈ। ਜਾਪਾਨ ਦੇ ਹੀਰੋਸ਼ੀਮਾ ਵਿੱਚ G7 ਦੇਸ਼ਾਂ ਦੀ ਇੱਕ ਕਾਨਫਰੰਸ ਹੋਈ। ਇਸ ਕਾਨਫਰੰਸ ਦੇ ਅੰਤ ਵਿੱਚ ਜਾਰੀ ਕੀਤੇ ਗਏ ਸਾਂਝੇ ਬਿਆਨ ਨੇ ਚੀਨ ਨੂੰ ਨਾਰਾਜ਼ ਕੀਤਾ ਹੈ। ਚੀਨ ਨੇ G7 ਦੇਸ਼ਾਂ ਦੇ ਸਾਂਝੇ ਬਿਆਨ ਖਿਲਾਫ ਕੂਟਨੀਤਿਕ ਤੌਰ ਤੇ ਵਿਰੋਧ ਜਤਾਇਆ ਹੈ। ਦੱਸ ਦਈਏ ਕਿ G7 ਦੇਸ਼ਾਂ ਨੇ ਆਪਣੇ ਸਾਂਝੇ ਬਿਆਨ ਵਿੱਚ ਤਾਇਵਾਨ, ਪੂਰਬੀ ਤੇ ਦੱਖਣੀ ਚੀਨ ਸਾਗਰ ਦੇ ਮਾਮਲੇ 'ਚ ਚੀਨ ਦੀ ਕਾਰਵਾਈ ਦੀ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਚੀਨ ਨੇ ਇਸ ਬਿਆਨ ਨੂੰ ਆਪਣੇ ਅੰਦਰੂਨੀ ਮਾਮਲਿਆਂ 'ਚ ਦਖਲ ਮੰਨਿਆ ਅਤੇ ਇਸ ਤੇ ਇਤਰਾਜ਼ ਦਰਜ ਕਰਵਾਇਆ। G7 ਦੇਸ਼ਾਂ ਦੀ ਬੈਠਕ ਤੋਂ ਬਾਅਦ ਜਾਰੀ ਸਾਂਝੇ ਬਿਆਨ ਵਿੱਚ ਚੀਨ ਦਾ ਕਾਫੀ ਜ਼ਿਕਰ ਕੀਤਾ ਗਿਆ। ਬਿਆਨ 'ਚ ਕਿਹਾ ਗਿਆ ਕਿ G7 ਦੇਸ਼ ਵੀ ਚੀਨ ਨਾਲ ਬਿਹਤਰ ਸੰਬੰਧ ਚਾਹੁੰਦੇ ਨੇ, ਪਰ ਉਹ ਚੀਨ ਦੇ ਤਾਇਵਾਨ, ਪੂਰਬੀ ਅਤੇ ਦੱਖਣੀ ਚੀਨ ਸਾਗਰ ਦੇ ਮੁੱਦਿਆਂ ਨੂੰ ਲੈ ਕੇ ਵੀ ਚਿੰਤਤ ਨੇ। G7 ਦੇਸ਼ਾਂ ਨੇ ਚੀਨ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਵੀ ਗੱਲਬਾਤ ਕੀਤੀ ਹੈ ਅਤੇ ਕਿਹਾ ਕਿ ਤਿੱਬਤ, ਹਾਂਗਕਾਂਗ, ਸ਼ਿਨਜਿਆਂਗ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਖਰਾਬ ਹੈ ਅਤੇ ਉਈਗਰ ਮੁਸਲਮਾਨਾਂ ਨੂੰ ਨਜ਼ਰਬੰਦੀ ਕੈਂਪਾਂ ਵਿੱਚ ਰੱਖਣ ਤੇ ਚਿੰਤਾ ਪ੍ਰਗਟ ਕੀਤੀ ਹੈ। ਚੀਨ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਚੀਨ ਦੀਆਂ ਚਿੰਤਾਵਾਂ ਦੇ ਬਾਵਜੂਦ G7 ਦੇਸ਼ ਚੀਨ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਕਰ ਰਹੇ ਨੇ ਅਤੇ ਉਸ ਤੇ ਲਗਾਤਾਰ ਹਮਲੇ ਕਰ ਰਹੇ ਨੇ। ਬਿਆਨ 'ਚ ਕਿਹਾ ਗਿਆ ਕਿ ਚੀਨ ਇਹਨਾਂ ਦੋਸ਼ਾਂ ਦੀ ਸਖਤ ਨਿੰਦਾ ਕਰਦਾ ਹੈ ਅਤੇ ਸਖਤੀ ਨਾਲ ਰੱਦ ਕਰਦਾ ਹੈ।
G7 ਆਗੂਆਂ ਦੀ ਹੀਰੋਸ਼ੀਮਾ ਜਾਪਾਨ ਵਿੱਚ ਕਰਵਾਈ ਗਈ ਸਿਖਰ ਵਾਰਤਾ ਦੇ ਆਖਰੀ ਦਿਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੂਸ ਉੱਤੇ ਜੰਮ ਕੇ ਆਪਣਾ ਗੁੱਸਾ ਝਾੜਿਆ। ਇਸ ਸਿਖਰ ਵਾਰਤਾ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਵੀ ਪਹੁੰਚੇ ਤੇ ਉਹਨਾਂ ਨੇ ਆਪਣੇ ਦੇਸ਼ ਨੂੰ ਹੋਰ ਸਮਰਥਨ ਮਿਲਣ ਦੀ ਆਸ ਪ੍ਰਗਟਾਈ। ਐਤਵਾਰ ਨੂੰ ਹੀਰੋਸ਼ੀਮਾ ਜਾਪਾਨ ਵਿੱਚ ਟਰੂਡੋ ਨੇ ਆਖਿਆ ਕਿ ਰੂਸ ਵੱਲੋਂ ਕੀਤੀ ਗਈ ਚੜ੍ਹਾਈ ਦੌਰਾਨ ਪੈਰ ਜਮਾਈ ਰੱਖਣ ਲਈ ਯੂਕਰੇਨ ਨੂੰ ਹੋਰਨਾਂ ਭਾਈਵਾਲ ਦੇਸ਼ਾਂ ਦੇ ਸਮਰਥਨ ਦੀ ਕਾਫੀ ਲੋੜ ਹੈ। ਉਹਨਾਂ ਨੇ ਅੱਗੇ ਆਖਿਆ ਕਿ ਜਿਹੜੇ ਲੋਕ ਜੰਗਬੰਦੀ ਲਈ ਜ਼ੋਰ ਲਾ ਰਹੇ ਨੇ ਉਹ ਇਹ ਵੀ ਚੇਤੇ ਰੱਖਣ ਕਿ ਇਹ ਸਭ ਕੁਝ ਰੂਸ ਦਾ ਕੀਤਾ ਕਰਾਇਆ ਹੈ। ਇੰਨੀ ਵੱਡੀ ਜੰਗ ਲਈ ਸਿਰਫ ਤੇ ਸਿਰਫ ਰੂਸ ਹੀ ਜ਼ਿੰਮੇਵਾਰ ਹੈ। G7 ਸਿਖਰ ਵਾਰਤਾ ਵਿੱਚ ਹਿੱਸਾ ਲੈਣ ਤੋਂ ਬਾਅਦ ਟਰੂਡੋ ਨੇ ਨਿਊਜ਼ ਕਾਨਫਰੰਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜੇ ਅਸੀਂ ਸਾਰੇ ਦੇਸ਼ ਰਲ ਕੇ ਫੌਜੀ ਮਦਦ ਮੁਹੱਈਆ ਨਾ ਕਰਵਾਉਂਦੇ ਤਾਂ ਯੂਕਰੇਨ ਦਾ ਇਸ ਤਰ੍ਹਾਂ ਸਿਰੜ ਨਾਲ ਰੂਸ ਦਾ ਟੱਕਰਾ ਕਰਦੇ ਤਾਂ ਰਹਿਣਾ ਸੰਭਵ ਨਹੀਂ ਸੀ। ਟਰੂਡੋ ਨੇ ਵੀ ਆਖਿਆ ਕਿ ਅਸੀਂ ਇਹ ਯਕੀਨੀ ਬਣਾਉਣ ਵਿੱਚ ਕੋਈ ਵੀ ਕਸਰ ਨਹੀਂ ਛੱਡਾਂਗੇ ਕਿ ਰੂਸ ਅੱਗੇ ਤੋਂ ਅਜਿਹਾ ਕਦਮ ਚੁੱਕਣ ਦਾ ਹਿਆ ਨਾ ਕਰ ਸਕੇ। ਸ਼ਨੀਚਰਵਾਰ ਨੂੰ ਜ਼ੈਲੈਂਸਕੀ ਉਸ ਸਮੇਂ ਹੀਰੋਸ਼ੀਮਾ ਪਹੁੰਚੇ ਜਦੋਂ G7 ਮੁਲਕਾਂ ਵੱਲੋਂ ਰੂਸ ਖਿਲਾਫ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਤੇ ਸਿਖਰ ਵਾਰਤਾ ਵਿੱਚ ਗਲੋਬਲ ਸਾਊਥ ਤੋਂ ਭਾਈਵਾਲ ਮੁਲਕਾਂ ਦੇ ਆਗੂਆਂ ਨੂੰ ਸਿਖਰ ਵਾਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। 3 ਰੋਜ਼ਾ ਸਿਖਰ ਵਾਰਤਾ ਦੌਰਾਨ ਅਮਰੀਕਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਆਪਣੇ ਪੱਛਮੀ ਭਾਈਵਾਲਾਂ ਨੂੰ ਅਮਰੀਕਾ 'ਚ ਤਿਆਰ ਫਾਈਟਰ ਜਹਾਜ਼ਾਂ ਨੂੰ ਯੂਕਰੇਨ ਦੀ ਮਦਦ ਦੇ ਲਈ ਭੇਜਣ ਦੀ ਖੁੱਲ੍ਹ ਦੇਗਾ। ਇਹ ਪੁੱਛੇ ਜਾਣ ਉੱਤੇ ਕਿ ਕੈਨੇਡਾ ਇਸ ਸਭ ਕਾਸੇ ਵਿੱਚ ਕਿਸ ਤਰ੍ਹਾਂ ਮਦਦ ਕਰੇਗਾ ਤਾਂ ਟਰੂਡੋ ਨੇ ਆਖਿਆ ਕਿ ਕੈਨੇਡਾ ਵੱਲੋਂ ਪਾਇਲਟਾਂ ਨੂੰ ਟ੍ਰੇਨਿੰਗ ਦੇ ਕੇ ਮਦਦ ਕੀਤੀ ਜਾ ਰਹੀ ਹੈ। ਉਹਨਾਂ ਨੇ ਆਖਿਆ ਕਿ ਅਸੀਂ ਵੱਖ-ਵੱਖ ਢੰਗ ਨਾਲ ਯੂਕਰੇਨ ਦੀ ਕੀਤੀ ਜਾ ਰਹੀ ਮਦਦ ਦੇ ਕਿਸੇ ਵੀ ਤਰ੍ਹਾਂ ਖਿਲਾਫ ਨਹੀਂ ਹਾਂ। ਐਤਵਾਰ ਸਵੇਰੇ ਟਰੂਡੋ ਨੇ ਜ਼ੈਲੈਂਸਕੀ ਨਾਲ ਵੀ ਮੁਲਾਕਾਤ ਕੀਤੀ। ਉਹਨਾਂ ਨੇ ਆਖਿਆ ਕਿ ਹੀਰੋਸ਼ੀਮਾ ਵਿੱਚ ਜ਼ੈਲੈਂਸਕੀ ਦੀ ਮੌਜੂਦਗੀ ਨਾਲ ਸਾਰੇ ਮੁਲਕਾਂ ਉੱਤੇ ਕਾਫੀ ਪ੍ਰਭਾਵ ਪਿਆ। G7 ਮੁਲਕਾਂ ਵਿੱਚ ਕੁਝ ਉੱਭਰ ਰਹੇ ਅਰਥਚਾਰਿਆਂ ਜਿਵੇਂ ਕਿ ਭਾਰਤ, ਬ੍ਰਾਜ਼ੀਲ ਤੇ ਇੰਡੋਨੇਸ਼ੀਆ ਦੇ ਨੁਮਾਇੰਦਿਆਂ ਨੇ ਖੁੱਲ੍ਹ ਕੇ ਰੂਸ ਦੀ ਨੁਕਤਾਚੀਨੀ ਕਰਨ ਤੋਂ ਟਾਲਾ ਵੱਟੀ ਰੱਖਿਆ। ਇੱਥੇ ਦੱਸਣਾ ਬਣਦਾ ਹੈ ਕਿ ਇਹਨਾਂ ਵਿੱਚੋਂ ਕੁਝ ਦੇਸ਼ ਆਰਥਿਕ ਪੱਖੋਂ ਰੂਸ ਉੱਤੇ ਨਿਰਭਰ ਕਰਦੇ ਨੇ ਤੇ ਉਸ ਦੀਆਂ ਗਤੀਵਿਧੀਆਂ ਦੀ ਨਿਖੇਧੀ ਕਰਨ ਤੋਂ ਗੁਰੇਜ਼ ਕਰਦੇ ਨੇ। ਬਰੈਂਪਟਨ ਵਿਖੇ 2 20 ਸਾਲਾਂ ਦੇ ਨੌਜਵਾਨਾਂ ਨੂੰ ਅਗਵਾ ਕਰਨ ਤੇ ਬੰਦਕ ਬਣਾ ਕੇ ਰੱਖਣ ਦੇ ਇੱਕ ਕੇਸ ਦੀ ਪੜਤਾਲ ਦੌਰਾਨ ਪੁਲਿਸ ਵੱਲੋਂ 2 ਸ਼ਹਿਰਾਂ ਤੋਂ 8 ਗ੍ਰਿਫਤਾਰੀਆਂ ਕੀਤੀਆਂ ਗਈਆਂ। ਸ਼ੱਕੀਆਂ ਨੂੰ ਫੜਨ ਦੇ ਲਈ 2 ਘਰਾਂ 'ਚ ਤੜਕਸਾਰ ਕੀਤੀ ਗਈ ਛਾਪੇਮਾਰੀ ਦੌਰਾਨ ਪਿਸਤੌਲ, ਗੋਲੀ ਸਿੱਕਾ, ਗੱਡੀਆਂ ਅਤੇ ਵਾਰਦਾਤਾਂ ਲਈ ਵਰਤਿਆ ਗਿਆ ਸਮਾਨ ਮਿਲਿਆ ਹੈ। ਪੁਲਿਸ ਵੱਲੋਂ ਬਰੈਂਪਟਨ ਵਿਖੇ ਅਦਾਲਤ 'ਚ ਪੇਸ਼ ਕੀਤੇ ਗਏ ਬਰੈਂਪਟਨ ਵਾਸੀ ਮੁਲਜ਼ਮ ਦਲਜੀਤ ਸਿੰਘ, ਦਾਨਿਸ਼ ਠਾਕੁਰ, ਹਰਮਨਪ੍ਰੀਤ ਸਿੰਘ, ਜਾਰਜ ਟਾਊਨ ਵਾਸੀ ਸੋਨੀਪ੍ਰੀਤ ਖਹਿਰਾ, ਕੋਮਲਪ੍ਰੀਤ ਸਿੰਘ, ਸਾਈਦ ਕੰਗ, ਅਰੁਣਦੀਪ ਸਿੰਘ ਅਤੇ ਮਨਿੰਦਰਜੀਤ ਸਿੰਘ ਹਨ। ਇਸ ਤਰ੍ਹਾਂ 2023 ਦੇ ਹੁਣ ਤੱਕ ਬੀਤੇ 140 ਦਿਨਾਂ ਦੇ ਦੌਰਾਨ ਕੈਨੇਡਾ 'ਚ ਅਪਰਾਧਾਂ 'ਚ ਸ਼ਮੂਲੀਅਤ ਕਾਰਨ ਟੋਰਾਂਟੋ ਅਤੇ ਨੇੜਲੇ ਸ਼ਹਿਰਾਂ ਤੋਂ ਗ੍ਰਿਫਤਾਰ ਕੀਤੇ ਜਾ ਚੁੱਕੇ ਪੰਜਾਬੀ ਅਤੇ ਪੰਜਾਬਣਾਂ ਦੀ ਗ੍ਰਿਫਤਾਰੀ ਲਗਭਗ 75 ਹੋ ਚੁੱਕੀ ਹੈ। ਸ਼ਨੀਵਾਰ ਨੂੰ ਜਾਰੀ ਕੀਤੇ ਗਏ ਇੱਕ ਨਵੇਂ ਸਰਵੇਖਣ ਦੇ ਅਨੁਸਾਰ ਟੋਰਾਂਟੋ ਦੇ ਮੇਅਰ ਦੇ ਅਹੁਦੇ ਲਈ ਜਾਰੀ ਦੌੜ ਵਿੱਚ ਅਜੇ ਵੀ ਸਭ ਤੋਂ ਮੋਹਰ ਲਈ ਓਲੀਵੀਆ ਚਾਓ ਹੀ ਚੱਲ ਰਹੀ ਹੈ। ਹੋਰਨਾਂ ਉਮੀਦਵਾਰਾਂ ਨਾਲੋਂ ਅਜੇ ਵੀ ਚਾਓ ਨੂੰ ਕਾਫੀ ਜ਼ਿਆਦਾ ਵੋਟਰਾਂ ਦਾ ਸਮਰਥਨ ਹਾਸਲ ਹੋ ਰਿਹਾ। ਲਾਈਜ਼ਨ ਸਟ੍ਰੈਟੇਜੀਜ਼ ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਕਿ ਚਾਓ ਨੂੰ ਇਸ ਸਮੇਂ ਤੈਅਸ਼ੁਦਾ ਵੋਟਰਾਂ ਦਾ 29% ਸਮਰਥਨ ਹਾਸਲ ਹੋ ਰਿਹਾ। ਚਾਓ ਸਾਰੇ ਇਲਾਕਿਆਂ ਵਿੱਚ ਅੱਗੇ ਚੱਲ ਰਹੀ ਹੈ। ਮੇਨ ਸਟਰੀਟ ਰਿਸਰਚ ਤੇ ਫੋਰਮ ਰਿਸਰਚ ਵੱਲੋਂ ਵੀ ਜਿਹੜੇ ਸਰਵੇਖਣ ਕਰਵਾਏ ਗਏ ਨੇ ਉਹਨਾਂ ਦੇ ਵੀ ਨਤੀਜੇ ਇਸ ਨਾਲ ਮੇਲ ਖਾਂਦੇ ਨੇ। ਲਾਇਨਜ਼ ਸਟ੍ਰੈਟੇਜੀਜ਼ ਦੇ ਪ੍ਰਿੰਸੀਪਲ ਡੇਵਿਡ ਵਿਲੈਂਟਨ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਆਖਿਆ ਕਿ ਚਾਓ 17% ਸਮਰਥਨ ਨਾਲ ਦੂਜੇ ਸਥਾਨ ਉੱਤੇ ਚੱਲ ਰਹੇ ਮਾਰਕ ਸਾਂਡਰਸ ਤੋਂ ਵੀ ਕਾਫੀ ਅੱਗੇ ਹੈ। ਤੀਜੇ ਸਥਾਨ ਉੱਤੇ 15% ਸਮਰਥਨ ਨਾਲ ਮਿਤਜੀ ਹੰਟਰ ਚੱਲ ਰਹੀ ਹੈ। ਇਸ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੈਟਲॉ ਦੇ ਸਮਰਥਕਾਂ ਵਿੱਚ ਲਗਾਤਾਰ ਕਮੀ ਆ ਰਹੀ ਹੈ। ਪਿਛਲੇ ਹਫ਼ਤੇ ਉਹ 15% ਸਦੀ ਸਮਰਥਨ ਨਾਲ ਤੀਜੇ ਸਥਾਨ ਉੱਤੇ ਸੀ, ਜਦਕਿ ਇਸ ਵਾਰੀ 11% ਸਮਰਥਕਾਂ ਨਾਲ ਉਹ ਤੀਜੇ ਸਥਾਨ ਉੱਤੇ ਚੱਲ ਗਏ ਨੇ। ਬ੍ਰੈਡਫੋਰਡ ਨੂੰ ਕੇਵਲ 10% ਸਮਰਥਨ ਹਾਸਲ ਹੋ ਰਿਹਾ ਹੈ ਤੇ ਉਹ 5ਵੇਂ ਸਥਾਨ ਉੱਤੇ, ਜਦਕਿ ਐਨਾ ਬਾਇਲਾਓ 8% ਸਮਰਥਕਾਂ ਨਾਲ ਸਭ ਤੋਂ ਪਿੱਛੇ ਚੱਲ ਰਹੀ ਹੈ। ਬਰੈਂਪਟਨ, ਬੌਨ ਤੇ ਬੈਰੀ ਸਮੇਤ ਕਈ ਹੋਰਨਾਂ ਥਾਵਾਂ ਉੱਤੇ ਨਸ਼ਿਆਂ ਦੀ ਸਮਗਲਿੰਗ ਸੰਬੰਧੀ ਕੀਤੀ ਗਈ ਜਾਂਚ ਮਗਰੋਂ 2 ਵਿਅਕਤੀਆਂ ਨੂੰ ਚਾਰਜ ਕੀਤਾ ਗਿਆ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੀ ਕੇਲਡਨ ਡਿਟੈਚਮੈਂਟ ਵੱਲੋਂ ਇਸ ਸਾਲ ਦੇ ਸ਼ੁਰੂ ਵਿੱਚ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਬੁੱਧਵਾਰ ਨੂੰ ਕੇਲਡਨ OPP ਦੀ ਕਮਿਊਨਿਟੀ ਸਟਰੀਟ ਕ੍ਰਾਈਮ ਯੂਨਿਟ ਨੇ ਪੀਲ ਤੇ ਬੈਰੀ ਪੁਲਿਸ ਨਾਲ ਰਲ ਕੇ ਸਰਚ ਵਾਰੰਟ ਕਢਵਾ ਕੇ ਛਾਪੇ ਮਾਰੇ। ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਉਹਨਾਂ ਨੂੰ ਵੱਡੀ ਮਾਤਰਾ ਵਿੱਚ ਪਰਪਲ ਫੈਂਟਾਨਾਈਲ,
ਕੋਕੇਨ, ਪਰਕੋਸੈਟ ਪੀਲਸ, ਸੈਮੀ ਆਟੋਮੈਟਿਕ ਪਿਸਟਲ ਮੈਗਜ਼ੀਨ ਤੇ ਵੱਡੀ ਮਾਤਰਾ 'ਚ ਕੈਨੇਡੀਅਨ ਡਾਲਰ ਬਰਾਮਦ ਹੋਏ ਨੇ। ਇਸ ਦੌਰਾਨ ਬਰੈਂਪਟਨ ਵਾਸੀ 28 ਸਾਲਾ ਜੋਇਲ ਤੇ ਵੁੱਡਬ੍ਰਿਜ ਦੀ 26 ਸਾਲਾ ਬਿਆਂਕਾ ਬਰਾਊਨ ਨੂੰ ਚਾਰਜ ਕੀਤਾ ਗਿਆ। ਇਨ੍ਹਾਂ ਉੱਤੇ ਸਮਗਲਿੰਗ ਦੇ ਇਰਾਦੇ ਨਾਲ ਫੈਂਟਾਨਾਈਲ ਰੱਖਣ, ਪਾਬੰਦੀਸ਼ੁਦਾ ਹਥਿਆਰ ਰੱਖਣ, ਸਮਗਲ ਕਰਨ ਦੇ ਲਈ ਪਰਕੋਸੈਟ ਪੀਲਸ ਰੱਖਣ ਤੇ ਜੁਰਮ ਦੇ ਨਾਲ ਹਾਸਲ ਕੀਤੀ ਗਈ $5000 ਤੋਂ ਵੱਧ ਦੀ ਸੰਪਤੀ ਰੱਖਣ ਦੇ ਚਾਰजेस ਲਾਏ ਗਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਨਾਲ ਸ਼ਨੀਵਾਰ ਨੂੰ ਮੁਲਾਕਾਤ ਕੀਤੀ। ਇਹ ਮੁਲਾਕਾਤ ਜਾਪਾਨ ਦੇ ਹੀਰੋਸ਼ੀਮਾ 'ਚ G7 ਸਿਖਰ ਸੰਮੇਲਨ ਮੌਕੇ ਹੋਈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਯੂਕਰੇਨ 'ਚ ਚੱਲ ਰਹੀ ਜੰਗ ਪੂਰੇ ਵਿਸ਼ਵ ਦੇ ਲਈ ਬਹੁਤ ਵੱਡਾ ਮੁੱਦਾ ਹੈ। पूरी दुनिया ते इसके कई तरह के प्रभाव पे ने। मैं इसनूं राजनीति का मुद्दा नहीं मानता, मेरे लिए ये मनुखता का मुद्दा है। इस हाल दे लई भारत ते निजी रूप च मैं खुद जो कुछ भी संभव हो सकता असीं जरूर करांगे। जिक्रयोग है कि पिछले साल शुरू हुई रूस यूक्रेन जंग तो बाद दोवां नेतावां विचाले ये पहली मुलाकात है। जापान के विदेश मंत्रालय ने बयान जारी करके कहा कि जेलेंस्की पहला शुक्रवार नूं ऑनलाइन माध्यम राही इस सैशन च हिस्सा लैण वाले सन, पर उन्होंने निजी तौर पर सम्मेलन च शामिल होने की इच्छा जाहिर की, जिस तो बाद यह योजना बदल गई। ਅਲ ਸਲਵਾਡੋਰ ਵਿੱਚ ਸ਼ਨੀਚਰਵਾਰ ਨੂੰ ਇੱਕ ਫੁੱਟਬਾਲ ਮੈਚ ਦੇਖਣ ਦੇ ਲਈ ਪ੍ਰਵੇਸ਼ ਦੁਆਰ ਤੇ ਮਚੀ ਭਗਦੜ ਦੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਤੇ 100 ਤੋਂ ਵੱਧ ਜ਼ਖਮੀ ਹੋ ਗਏ। ਇੱਥੇ 500 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਦਰਅਸਲ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਐਂਟਰੀ ਗੇਟ ਬੰਦ ਹੋਣ ਤੋਂ ਬਾਅਦ ਕਈ ਲੋਕ ਸਟੇਡੀਅਮ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ। ਇਸ ਸੰਬੰਧੀ ਫੁਟੇਜ ਜਾਰੀ ਕੀਤੀ ਗਈ, ਜਿਸ ਵਿੱਚ ਕਈ ਲੋਕ ਪ੍ਰਵੇਸ਼ ਦੁਆਰ ਤੇ ਬੈਰੀਕੇਡ ਹਟਾਉਂਦੇ ਨਜ਼ਰ ਆਏ। ਇਹ ਘਟਨਾ ਮੈਚ ਦੇ 16 ਮਿੰਟ ਬਾਅਦ ਵਾਪਰੀ, ਜਿਸ ਤੋਂ ਬਾਅਦ ਖੇਡ ਨੂੰ ਛੱਡ ਦਿੱਤਾ ਗਿਆ। अंतरराष्ट्रीय बाजार विच भारतीय समान का डंका बजण लगा है। दुनिया दीयां वड्डियां कंपनियां भारत तो समान मंग रही ने। इस वालमार्ट भारत तो वड्डे पैमाने उत्ते समान खरीदण की तैयारी कर रही है। वालमार्ट रेवन्यू के लिहाज नाल दुनिया की सब तो वड्डी कंपनी है। अमरीका की दिग्गज रिटेल कंपनी भारतीय सप्लायर्स तो खिडौने, जुत्तियां ते साइकिल खरीदण उत्ते विचार कर रही है। कंपनी का टीचा भारत तो अपनी बरामद 2027 तक वधा के $10 अरब करन दा है। कंपनी नाल ही फूड, फार्मास्यूटिकल, मैडिकल, कपड़े अते होर चीज़ां च नवें सप्लायर्स तैयार करना चाहती है। आइकिया वर्गियां कौमांतरी प्रचून कंपनियां ਪਹਿਲਾਂ ਤੋਂ ਹੀ ਆਪਣੇ ਅੰਤਰਰਾਸ਼ਟਰੀ ਬਾਜ਼ਾਰ ਲਈ ਭਾਰਤ ਤੋਂ ਖਿਡੌਣਿਆਂ ਦੀ ਖਰੀਦ ਕਰ ਰਹੀਆਂ ਨੇ। ਵਾਲਮਾਰਟ ਦੇ ਪ੍ਰਮੋਟਰ ਨੇ ਕਿਹਾ ਕਿ ਕੰਪਨੀ ਫੂਡ, ਫਾਰਮਾਸਿਊਟੀਕਲ, ਹੈਲਥ ਐਂਡ ਵੈਲਨੈਸ ਅਤੇ ਕੱਪੜੇ ਆਦਿ ਸ਼੍ਰੇਣੀਆਂ 'ਚ ਨਵੇਂ ਸਪਲਾਈਕਰਤਾ ਤਿਆਰ ਕਰਨਾ ਚਾਹੁੰਦੀ ਹੈ। ਵਾਲਮਾਰਟ ਦਾ ਮੁੱਖ ਦਫ਼ਤਰ ਬੈਂਟਨਵਿਲੇ, ਆਰਕਨਸਾਸ 'ਚ ਹੈ। ਕੰਪਨੀ ਦੇ ਅਧਿਕਾਰੀਆਂ ਨੇ ਇੱਥੇ ਵੱਖ-ਵੱਖ ਘਰੇਲੂ ਖਿਡੌਣਾ ਵਿਨਰਨਾਤਾਵਾਂ ਦੇ ਨਾਲ ਬੈਠਕ ਕੀਤੀ। ਕੰਪਨੀ ਨੇ ਖਿਡੌਣਾ ਵਿਨਰਮਾਤਾਵਾਂ ਨੂੰ ਆਪਣੀਆਂ ਜ਼ਰੂਰਤਾਂ ਅਤੇ ਲੋੜ ਗੁਣਵੱਤਾ ਮਾਪਦੰਡ ਬਾਰੇ ਦੱਸਿਆ, ਕਿਉਂਕਿ ਉਹ ਖਰੀਦ ਲਈ ਘਰੇਲੂ ਖਿਡੌਣਾ ਦੇ ਨਾਲ ਸਿੱਧੇ ਸੰਪਰਕ 'ਚ ਹੈ। ਪ੍ਰਮੋਟਰ ਨੇ ਕਿਹਾ ਕਿ ਉਦਯੋਗ ਅਤੇ ਅੰਤਰਿਕ ਵਪਾਰ ਸੰਵਰਧਨ ਵਿਭਾਗ ਨੇ ਇਸ ਨੂੰ ਸਾਕਾਰ ਕਰਨ 'ਚ ਭੂਮਿਕਾ ਨਿਭਾਈ ਹੈ। वैगनर ग्रुप ने दावा किया है कि उन्होंने यूक्रेन के बखमुक्त शहर पर कब्जा कर लिया है। BBC की रिपोर्ट के मुताबिक रूस के राष्ट्रपति व्लादिमीर पुतिन ने फौज को बधाई दी है। इस दे नाल ही यूक्रेन के राष्ट्रपति जेलेंस्की ने कहा उत्थे कुछ नहीं बचा, शहर पूरी तरह तबाह हो गया। 20 मई को वैगनर के मुखी ने एक सोशल मीडिया ते वीडियो पोस्ट किया, जिस विच बखमुक्त नूं फड़न का दावा किया गया। हालांकि यूक्रेन ने फिर इस दावे को खारिज कर दिता। अगस्त 2022 तो शहर विच रूसी और यूक्रेनी फौजां विचकार लड़ाई जारी है, जो पिछले 3 महीनों तो रूसी फौजां ने 24 फरवरी 2022 को यूक्रेन ते हमला किया। इस पिछे व्लादिमीर पुतिन का मकसद केवल एक सी, यूक्रेन ते कब्जा करना। यूक्रेन के राष्ट्रपति व्लादिमीर जेलेंस्की ने इसनूं मंजूरी नहीं दी, इसलिए 452 दिनों बाद यह जंग जारी है। इस जंग विच दोवें देशों को बहुत नुकसान होया। बुनियादी ढांचा ते फौजी साजो समान नूं तबाह कर दिता गया सी। कोई पक्के अंकड़े नहीं हैं, पर मन्निया जाता है कि इस युद्ध विच दोवां पासियां दे हज़ारां सैनिक मारे गए। न्यूयॉर्क टाइम्स की रिपोर्ट के मुताबिक रूस ने काले सागर ते ज़्यादातर वपारक रस्ते ते कब्जा कर लिया। इस तो इलावा रूस ने युद्ध की शुरुआत तो लैके हुण तक यूक्रेन की 18% जमीन ते कब्जा कर लिया। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।